ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਆਪ ਪੀਲੀਭੀਤੀ ਤੋਂ ਹੁੰਦੇ ਹੋਏ ਗੋਰਖਮਤੇ ਪਹੁੰਚੇ, ਜੋ ਜੋਗੀਆਂ ਦਾ ਕੇਂਦਰ ਸੀ। ਗੋਰਖਮਤਾ ਪੀਲੀਭੀਤ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਜੋਗੀ ਕਈ ਪ੍ਰਕਾਰ ਦੀ ਸਾਧਨਾ ਕਰਦੇ ਸਨ, ਜਿਸ ਕਾਰਨ ਆਮ ਲੋਕਾਂ ਵਿੱਚ ਇਹ ਧਾਰਨਾ ਸੀ ਕਿ ਇਹ ਜੋਗੀ ਜਿਸ ਨੂੰ ਵੀ ਵਰ ਦਿੰਦੇ ਹਨ, ਉਸ ਦੀਆਂ ਕਈ ਕੁੱਲਾਂ ਤਰ ਜਾਂਦੀਆਂ ਹਨ ਅਤੇ ਜਿਸ ਨੂੰ ਸ਼ਰਾਪ ਦਿੰਦੇ ਹਨ, ਉਸ ਦੀਆਂ ਡੁੱਬ ਜਾਂਦੀਆਂ ਹਨ। ਇਸ ਕਰਕੇ ਆਮ ਲੋਕ ਹਰ ਹੀਲੇ ਇਹਨਾਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਕਈ ਕਿਸਮ ਦੇ ਚੜ੍ਹਾਵੇ ਚੜ੍ਹਾਉਂਦੇ ਰਹਿੰਦੇ ਸਨ। ਗੁਰੂ ਜੀ ਨੂੰ ਲੋਕਾਂ ਦਾ ਸ਼ੋਸ਼ਣ ਹੁੰਦਾ ਵੇਖ ਕੇ ਬਹੁਤ ਬੁਰਾ ਲੱਗਾ। ਉਹਨਾਂ ਨੇ ਜੋਗੀਆਂ ਦੇ ਕੇਂਦਰ ਦੇ ਨੇੜੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਝੰਗਰ ਨਾਥ ਅਤੇ ਭੰਗਰ ਨਾਥ ਜੋਗੀ ਗੁਰੂ ਜੀ ਪਾਸ ਆ ਕੇ ਕਈ ਸਵਾਲ ਕਰਨ ਲੱਗੇ। ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਢੁਕਵੇਂ ਉੱਤਰ ਦਿੰਦਿਆਂ ਸਮਝਾਇਆ ਕਿ ਅਸਲ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਪਰਮ ਪਿਤਾ ਪਰਮਾਤਮਾ ਨਾਲ ਜੁੜਿਆ ਰਹੇ। ਵੱਖ-ਵੱਖ ਕਿਸਮ ਦੇ ਭੇਖ ਧਾਰਨ ਨਾਲ ਜੋਗੀ ਨਹੀਂ ਬਣ ਜਾਈਦਾ। ਮਨ ਨੂੰ ਸਿੱਧੇ ਰਸਤੇ ਪਾਉਣ ਲਈ ਪਰਮਾਤਮਾ ਨਾਲ ਜੁੜੇ ਰਹਿਣ ਦੀ ਲੋੜ ਹੈ। ਪ੍ਰਭੂ ਸਿਮਰਨ ਨਾਲ ਹੀ ਸਹਿਜ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਸਾਡੇ ਸਰੀਰ ਵਿੱਚ ਸਹਿਜ ਦੀ ਧੁਨ ਸਦਾ ਹੀ ਬਣੀ ਰਹਿੰਦੀ ਹੈ। ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਇਹ ਧੁਨ ਸੁਣੀ ਜਾ ਸਕਦੀ ਹੈ। ਇਸ ਤਰ੍ਹਾਂ ਗੁਰੂ ਜੀ ਨੇ ਜੋਗੀਆਂ ਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਨਿਸ਼ਾ ਕੀਤੀ, ਜਿਸ ਕਾਰਨ ਉਹ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਅਤੇ ਗੋਰਖਮਤੀਆਂ ਦਾ ਕੇਂਦਰ ਸਿੱਖੀ ਦਾ ਕੇਂਦਰ ਬਣ ਗਿਆ, ਜਿਸ ਦਾ ਨਾਂ ਗੋਰਖਮਤਾ ਤੋਂ ਨਾਟਕਮਤਾ ਵਿੱਚ ਬਦਲ ਗਿਆ। ਜੋਗੀਆਂ ਨਾਲ ਵਾਰਤਾਲਾਪ ਕਰਨ ਉਪਰੰਤ ਗੁਰੂ ਜੀ ਨੇ ਹਿਮਾਲਿਆ ਪਰਬਤ ਦਾ ਰੁੱਖ ਕੀਤਾ। ਰਸਤੇ ਵਿੱਚ ਇੱਕ ਰੀਠੇ ਦੇ ਦਰੱਖਤ ਹੇਠ ਆਰਾਮ ਕਰਨ ਲਈ ਡੇਰਾ ਲਾਇਆ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਜੇ ਮੈਨੂੰ ਆਗਿਆ ਦਿਓ ਤਾਂ ਮੈਂ ਜੰਗਲ ਵਿੱਚੋਂ ਲੱਭ ਕੇ ਫਲ ਆਦਿ ਖਾ ਆਵਾਂ। ਗੁਰੂ ਜੀ ਨੇ ਰੀਠੇ ਦੇ ਦਰੱਖਤ ਦੀ ਇੱਕ ਟਹਿਣੀ ਵੱਲ ਇਸ਼ਾਰਾ ਕੀਤਾ ਤੇ ਆਖਿਆ, ਇਹ ਰੀਠੇ ਖਾ ਲੈ। ਭਾਈ ਮਰਦਾਨੇ ਨੇ ਉਸ ਟਹਿਣੀ ਦੇ ਸਾਰੇ ਰੀਠੇ ਤੋੜ ਕੇ ਖਾ ਲਏ, ਜੋ ਮਿੱਠੇ ਸਨ। ਪਰ ਜਦੋਂ ਕਿਸੇ ਹੋਰ ਟਹਿਣੀ ਦਾ ਰੀਠਾ ਖਾਂਦਾ ਤਾਂ ਉਹ ਅਤੀ ਕੌੜਾ ਸੀ। ਇਹ ਦਰੱਖਤ ਹਾਲੇ ਤੱਕ ਕਾਇਮ ਹੈ। ਇਸ ਥਾਂ 'ਤੇ ਗੁਰਦੁਆਰਾ ਰੀਠਾ ਸਾਹਿਬ ਸੁਸ਼ੋਭਿਤ ਹੈ। ਬਨਾਰਸ ਦੇ ਵਿਦਵਾਨ ਪੰਡਿਤ ਚਤੁਰਦਾਸ ਨੂੰ ਉਪਦੇਸ਼। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਵੱਖ-ਵੱਖ ਥਾਵਾਂ 'ਤੇ ਜੀਆਂ ਦਾ ਉਧਾਰ ਕਰਦੇ ਹੋਏ ਬਨਾਰਸ ਪਹੁੰਚੇ, ਜਿਸ ਨੂੰ ਕਾਂਚੀ ਅਰਥਾਤ ਵਿੱਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ। ਉੱਥੇ ਇੱਕ ਮਸ਼ਹੂਰ ਚੌਂਕ ਵਿੱਚ ਬੈਠ ਗਏ। ਗੁਰੂ ਜੀ ਅਜੀਬ ਕਿਸਮ ਦੇ ਲਿਬਾਸ ਵਿੱਚ ਸਨ, ਜੋ ਲੋਕਾਂ ਦੀ ਖਿੱਚ ਪ੍ਰਾਪਤ ਕਰਨ ਲਈ ਉਹ ਆਮ ਹੀ ਪਹਿਨਦੇ ਸਨ। ਇਸ ਲਿਬਾਸ ਤੋਂ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿਸ ਧਰਮ ਜਾਂ ਫਿਰਕੇ ਨਾਲ ਸੰਬੰਧਿਤ ਸਨ। ਲੋਕੀ ਉਹਨਾਂ ਦੇ ਦੁਆਲੇ ਇਕੱਠੇ ਹੋਣ ਲੱਗੇ। ਜਦ ਗੁਰੂ ਜੀ ਬਾਰੇ ਕੁਝ ਵਿਦਵਾਨ ਪੰਡਤਾਂ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ। ਇਹਨਾਂ ਦਾ ਆਗੂ ਪੰਡਿਤ ਚਤੁਰਦਾਸ ਸੀ। ਗੁਰੂ ਜੀ ਪਾਸ ਆ ਕੇ ਆਖਣ ਲੱਗਾ ਕਿ ਤੁਸੀਂ ਨਾ ਤਾਂ ਕੋਈ ਮੁਸਲਮਾਨ ਫਕੀਰ ਲੱਗਦੇ ਹੋ ਅਤੇ ਨਾ ਹੀ ਕੋਈ ਹਿੰਦੂ ਸਾਧੂ, ਫਿਰ ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ? ਤੁਲਸੀ ਦੀ ਮਾਲਾ ਤੇ ਸਾਲਿਗਰਾਮ ਵੀ ਤੁਹਾਡੇ ਪਾਸ ਨਹੀਂ ਹਨ। ਗੁਰੂ ਜੀ ਨੇ ਪੰਡਿਤ ਨੂੰ ਸਮਝਾਇਆ ਕਿ ਤੁਸੀਂ ਜੋ ਇਹ ਧਰਮ ਦੀਆਂ ਨਿਸ਼ਾਨੀਆਂ ਆਦਿ ਦੱਸਦੇ ਹੋ, ਇਹ ਸਭ ਵਿਅਰਥ ਹਨ। ਜੇ ਤੁਸੀਂ ਪ੍ਰਭੂ ਦੀ ਭਗਤੀ ਅਤੇ ਨੇਕ ਕਰਮ ਕਰੋ ਤਾਂ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੀ ਲੋੜ ਹੀ ਨਹੀਂ ਪਵੇਗੀ। ਜਦੋਂ ਤੁਸੀਂ ਰਾਮ ਨਾਮ ਜਪੋਗੇ ਤਾਂ ਪ੍ਰਭੂ ਅੱਗੇ ਬੇਨਤੀ ਕਰੋਗੇ ਕਿ ਤੁਹਾਡੇ ਉੱਤੇ ਕਿਰਪਾ ਕਰਨ ਤਾਂ ਤੁਹਾਨੂੰ ਕਿਸੇ ਪਹਿਰਾਵੇ ਜਾਂ ਪੱਥਰ ਪੂਜਣ ਦੀ ਲੋੜ ਨਹੀਂ ਰਹੇਗੀ। ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਅਤੇ ਸਿਮਰਨ ਕਰਦੇ ਜਾਓ, ਤਾਂ ਪ੍ਰਭੂ ਕਿਰਪਾ ਤੁਹਾਡੇ ਉੱਤੇ ਆਪਣੇ ਆਪ ਹੀ ਹੋ ਜਾਵੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਾਬੂ ਵਿੱਚ ਰੱਖਣ ਦਾ ਅਭਿਆਸ ਕਰੋ। ਇਸ ਤਰ੍ਹਾਂ ਦੀ ਮਨ ਨੂੰ ਕਾਬੂ 'ਚ ਰੱਖ ਕੇ ਕੀਤੀ ਸੇਵਾ ਤੇ ਸਿਮਰਨ ਅਜਾਈ ਨਹੀਂ ਜਾਏਗਾ। ਗੁਰੂ ਜੀ ਵੱਲੋਂ ਦਿੱਤਾ ਗਿਆ ਉਪਦੇਸ਼ ਇਹਨਾਂ ਵਿਦਵਾਨ ਪੰਡਤਾਂ ਨੂੰ ਬੜਾ ਅਜੀਬ ਭਾਸਿਆ। ਖੈਰ, ਪੰਡਿਤ ਚਤੁਰਦਾਸ ਗੁਰੂ ਦੇ ਗਿਆਨ ਭਰਪੂਰ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਦਾ ਹੋਇਆ ਬੋਲਿਆ,
ਮੈਨੂੰ ਹੁਣ ਪਤਾ ਲੱਗਾ ਹੈ ਕਿ ਤੁਸੀਂ ਕਿਸੇ ਫਿਰਕੇ ਨਾਲ ਸੰਬੰਧਿਤ ਨਹੀਂ ਹੋ, ਤੁਸੀਂ ਤਾਂ ਆਪ ਹੀ ਹਰੀ ਰੂਪ ਹੋ। ਗੁਰੂ ਜੀ ਜਿੰਨਾ ਚਿਰ ਬਨਾਰਸ ਰਹੇ, ਸਭ ਨੂੰ ਨਾਮ ਸਿਮਰਨ ਦਾ ਅਤੇ ਲੋਕ ਭਲਾਈ ਦੇ ਕੰਮ ਕਰਨ ਦਾ ਹੀ ਉਪਦੇਸ਼ ਦਿੰਦੇ ਰਹੇ। ਜਦੋਂ ਗੁਰੂ ਜੀ ਨੇ ਬਨਾਰਸ ਦੇ ਪੰਡਿਤ ਚਤੁਰਦਾਸ ਨੂੰ ਉਪਦੇਸ਼ ਦਿੱਤਾ, ਪ੍ਰੋਫੈਸਰ ਸਤਬੀਰ ਸਿੰਘ ਅਨੁਸਾਰ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ ਅਤੇ ਉਹਨਾਂ ਬਾਰੇ ਇਹ ਆਖਿਆ ਜਾਣ ਲੱਗ ਪਿਆ ਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਸੰਤੋਖ ਮਿਲ ਜਾਂਦਾ ਹੈ। ਗੁਰੂ ਅਜਿਹਾ ਸੂਰਜ ਹੈ ਜੋ ਦੰਭ ਦੇ ਹਨੇਰੇ ਨੂੰ ਦੂਰ ਕਰਕੇ ਚਾਨਣ ਕਰਦਾ ਹੈ। ਇਹਨਾਂ ਦਿਨਾਂ ਵਿੱਚ ਹੀ ਇਲਾਕੇ ਦੇ ਪ੍ਰਸਿੱਧ ਸਮਕਾਲੀ ਭਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਕਹਿਣ ਲੱਗੇ, नानक ऐसा है जो किसी बात का दावा नहीं करता, ना कमाई का, ना भक्ति का, ना सिमरन का, ना जप का, ना तप का, ना धर्म का, ना पुण्य का, ना स्नान का, ना सील का, ना संयम का, ना जुगत का, ना रहत का, ना नाम का, ना काहू सेवा का, अपने आप ਨੂੰ ਕੀਟ ਕਰ ਜਾਣਦਾ ਹੈ और करनहार उसको पहचानता है। कर्म कर कर निष्कर्म अपने आप को जानता है। ਭਗਤਾਂ ਨੇ ਜਦ ਪੁੱਛਿਆ ਕਿ ਉਹਨਾਂ ਕੈਸੇ ਪਾਇਆ ਤਾਂ ਗੁਰੂ ਜੀ ਨੇ ਕਿਹਾ, ਹਉ ਹੋਵੇ ਤਾਂ ਉਹ ਨਹੀਂ, ਉਸ ਸਾਥ ਜ਼ੋਰ ਕਿਛ ਨਹੀਂ ਚਲਤਾ। ਸਿਫਤ ਨਾਲ ਹੀ ਸਿਫਤ ਵਿੱਚ ਸਮਾ ਸਕੀਦਾ ਹੈ, ਸਿਫਤੀ ਸਿਫਤ ਸਮਾਏ। ਉਹਨਾਂ ਸਾਰਿਆਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ, ਕੱਲ੍ਹ ਵਿਖੇ ਤੇਰਾ ਪੰਥ ਚੱਲੇਗਾ, ਤਹਿ ਲੋ ਮਹਿ ਨਾਨਕ ਹੀ ਨਾਨਕ ਹੋਏ ਜਾਏਗਾ। ਬਨਾਰਸ ਦਾ ਰਾਜਾ ਸ਼ਿਵਨਾਥ ਵੀ ਆਇਆ। ਉਸ ਨੇ ਸੰਸਾਰ ਤਿਆਗਣ ਦੀ ਗੱਲ ਕਹੀ ਤਾਂ ਗੁਰੂ ਜੀ ਨੇ ਫਰਮਾਇਆ, ਸਾਡਾ ਰਾਹ ਸੰਸਾਰ ਛੱਡਣ ਵਾਲਾ ਨਹੀਂ। ਸਾਡਾ ਮਤ ਹੈ ਕਿ ਤੂੰ ਰਾਜ ਕਰਦਿਆਂ ਹੀ ਪਰਮ ਪਦ ਪਾ ਲਵੇਂ। ਨਾਮ ਦਾਨ ਸੀਲ ਸੰਜਮ ਦਇਆ ਭਾਉ ਗਰੀਬੀ ਧਾਰਨ ਕਰਕੇ ਆਪਣੀ ਪ੍ਰਜਾ ਦੀ ਸੇਵਾ ਕਰੇ ਤਾਂ ਰਾਜ ਮੈਂ ਹੀ ਮੁਕਤਾ ਹੋਏ। ਗਿਆਨੀ ਗਿਆਨ ਸਿੰਘ ਅਨੁਸਾਰ ਭਗਤ ਰਵਿਦਾਸ ਜੀ ਵੀ ਗੁਰੂ ਜੀ ਨੂੰ ਉੱਥੇ ਮਿਲੇ। ਭਗਤ ਕਬੀਰ ਜੀ ਨੂੰ ਗੁਰੂ ਜੀ ਮਗਹਰ ਜਾ ਕੇ ਮਿਲੇ। ਭਗਤ ਕਬੀਰ ਜੀ ਨੇ ਨਿਮਰਤਾ ਵਿੱਚ ਕਿਹਾ, ਰਾਖ ਲਿਹੋ ਹਮ ਤੇ ਬਿਗਰੀ, ਮੈਥੋਂ ਹੋਈਆਂ ਭੁੱਲਾਂ ਬਖਸ਼ ਦਿਓ। ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਕਬੀਰ ਪ੍ਰੇਮ ਭਗਤ ਮਹਿ ਤੁਮ ਗੰਭੀਰ। ਕਬੀਰ ਜੀ ਪ੍ਰੇਮਾ ਭਗਤੀ ਵਿੱਚ ਆਪ ਨਿਪੁੰਨ ਹੋ। ਭਗਤ ਕਬੀਰ ਜੀ ਪਾਸ ਗੁਰੂ ਜੀ 7 ਦਿਨ ਰਹੇ। ਗੁਰੂ ਜੀ ਦੀ ਸਿੱਖਿਆ ਦਾ ਨਿਚੋੜ ਸੀ ਕਿ ਕਲਯੁਗ ਵਿੱਚ ਅਵਰ ਨ ਔਖਦ ਤੰਤ ਨ ਮੰਤਾ, ਹਰ ਹਰ ਸਿਮਰਨ ਕਿਲ ਵਿਕ ਹੰਤਾ। ਦੁੱਖਾਂ ਦਾ ਨਾਸ਼ ਕਰਨ ਲਈ ਹਰੀ ਦੇ ਸਿਮਰਨ ਬਿਨਾਂ ਹੋਰ ਕੋਈ ਦਵਾਈ ਜਾਂ ਤੰਤਰ ਮੰਤਰ ਵਿਅਰਥ ਹਨ। ਬਨਾਰਸ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗਿਆ ਪਹੁੰਚ ਗਏ, ਜੋ ਹਿੰਦੂਆਂ ਅਤੇ ਬੋਧੀਆਂ ਦਾ ਕੇਂਦਰ ਸੀ ਅਤੇ ਜਿੱਥੇ ਇੱਕ ਰਵਾਇਤ ਅਨੁਸਾਰ ਮਹਾਤਮਾ ਗੌਤਮ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਬ੍ਰਾਹਮਣਾਂ ਨੇ ਬੋਧੀਆਂ ਦੇ ਮੁਕਾਬਲੇ ਇੱਕ ਪੱਕਾ ਥੜਾ ਬਣਾਇਆ ਹੋਇਆ ਸੀ, ਜਿੱਥੇ ਬਹਿ ਕੇ ਉਹ ਦਾਅਵਾ ਕਰਦੇ ਸਨ ਕਿ ਉਹ ਹਿੰਦੂਆਂ ਦੇ ਪਿਤਰਾਂ ਦੀਆਂ 7 ਕੁਲਾਂ ਨੂੰ ਮੁਕਤੀ ਦਿਵਾ ਸਕਦੇ ਹਨ। ਉਹ ਇਹ ਵੀ ਆਖਦੇ ਸਨ ਕਿ ਉਹ ਇਹਨਾਂ ਦੇ ਪਿਤਰਾਂ ਨੂੰ ਖਾਣ ਵਾਲੇ ਵਧੀਆ ਪਦਾਰਥ ਵੀ ਭੇਜ ਸਕਦੇ ਹਨ। ਦੀਵਿਆਂ ਨਾਲ ਉਹਨਾਂ ਦੇ ਔਜੜੇ ਰਾਹਾਂ ਨੂੰ ਰੌਸ਼ਨਾ ਸਕਦੇ ਹਨ। ਇਹੋ ਜਿਹੀਆਂ ਝੂਠੀਆਂ ਗੱਲਾਂ ਵਿੱਚ ਉਹ ਲੋਕਾਂ ਨੂੰ ਉਲਝਾ ਕੇ ਚੋਖਾ ਧਨ ਲੁੱਟਦੇ ਸਨ। ਗੁਰੂ ਜੀ ਤੇ ਭਾਈ ਮਰਦਾਨਾ ਵੀ ਉੱਥੇ ਪਹੁੰਚ ਗਏ। ਜਦ ਗੁਰੂ ਜੀ ਨੇ ਉਹਨਾਂ ਦੀਆਂ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਖਿੜਖਿੜਾ ਕੇ ਹੱਸਣ ਲੱਗੇ। ਇਸ ਤਰ੍ਹਾਂ ਪਾਂਡੇ ਆਪਣਾ ਮਜ਼ਾਕ ਉਡਦਾ ਵੇਖ ਕੇ ਗੁਰੂ ਜੀ ਦੁਆਲੇ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਆਪ ਇਸ ਤਰ੍ਹਾਂ ਹੱਸ ਕੇ ਸਾਡੀ ਖਿੱਲੀ ਕਿਉਂ ਉਡਾ ਰਹੇ ਹੋ। ਗੁਰੂ ਜੀ ਨੇ ਆਖਿਆ ਕਿ ਤੁਸੀਂ ਕਿਉਂ ਇੰਨੀਆਂ ਝੂਠੀਆਂ ਪਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਠੱਗ ਰਹੇ ਹੋ। ਤੁਹਾਡੀਆਂ ਗੱਲਾਂ ਨਿਰੀਆਂ ਹਾਸੋ ਹੀੜੀਆਂ ਹੀ ਨਹੀਂ, ਸਗੋਂ ਮੂਰਖਤਾ ਭਰੀਆਂ ਵੀ ਹਨ।
ਕਦੀ ਮਰੇ ਹੋਏ ਮਨੁੱਖ ਨੂੰ ਵੀ ਖੁਰਾਕ ਦੀ ਲੋੜ ਹੁੰਦੀ ਹੈ। ਜਦੋਂ ਕੋਈ ਜੀਵ ਬਿਮਾਰ ਹੁੰਦਾ ਹੈ, ਕਈ ਵਾਰ ਉਹ ਬਿਮਾਰੀ ਦੌਰਾਨ ਹੀ ਖਾਣਾ ਪੀਣਾ ਛੱਡ ਦਿੰਦਾ ਹੈ। ਜਦ ਉਸਦੇ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਹੈ ਤਾਂ ਉਹ ਜਿਨ੍ਹਾਂ ਤੱਤਾਂ ਦਾ ਬਣਿਆ ਹੁੰਦਾ ਹੈ, ਉਹਨਾਂ ਵਿੱਚ ਮੁੜ ਤਬਦੀਲ ਹੋਣ ਜੋਗਾ ਹੀ ਰਹਿ ਜਾਂਦਾ ਹੈ। ਉਸ ਦੁਆਰਾ ਕੋਈ ਚੀਜ਼ ਖਾਣ ਪੀਣ ਦੀ ਗੱਲ ਕਰਨਾ ਨਿਰਾ ਅਸੰਭਵ ਹੀ ਨਹੀਂ, ਸਗੋਂ ਹਾਸੋਹੀਣਾ ਵੀ ਹੈ। ਤੁਸੀਂ ਉਹਨਾਂ ਤੱਕ ਕਈ ਕਿਸਮ ਦੀਆਂ ਵਸਤਾਂ ਅਤੇ ਵਸਤਰ ਆਦਿ ਪਹੁੰਚਾਉਣ ਦੀ ਗੱਲ ਕਰਦੇ ਹੋ। ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਉਹ ਕਿਹੜਾ ਮੰਡਲ ਵਿੱਚ ਰਹਿੰਦੇ ਹਨ? ਕੀ ਉਹ ਮਰਨ ਲੱਗੇ ਤੁਹਾਨੂੰ ਆਪਣਾ ਸਿਰਨਾਵਾ ਦੇ ਕੇ ਗਏ ਹਨ? ਜੇ ਤੁਸੀਂ ਐਨੇ ਹੀ ਜਾਣੀ ਜਾਣ ਹੋ ਤਾਂ ਹੁਣ ਮੈਨੂੰ ਦੱਸੋ ਕਿ ਮੇਰੀ ਪਹਿਲੀ ਪੀੜ੍ਹੀ ਦੇ ਪਿੱਤਰ ਕਿੱਥੇ ਹਨ? ਤੁਹਾਨੂੰ ਉਹਨਾਂ ਬਾਰੇ ਰਤਾ ਵੀ ਪਤਾ ਨਹੀਂ ਹੈ। ਬ੍ਰਹਿਮੰਡ ਵਿੱਚ 3 ਮੰਡਲ ਜਾਂ ਕੋਈ ਹੋਰ ਗਿਣਤੀ ਦੇ ਮੰਡਲ ਨਹੀਂ ਹਨ। ਉੱਥੇ ਤਾਂ ਲੱਖਾਂ ਕਰੋੜਾਂ ਹੀ ਆਕਾਸ਼ ਤੇ ਪਤਾਲ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਹੈ। ਇਸ ਲਈ ਅੱਗੋਂ ਆਪਣੀ ਮੌਤ ਨੂੰ ਯਾਦ ਰੱਖੋ। ਇੱਕ ਦਿਨ ਤੁਸੀਂ ਵੀ ਮਰ ਜਾਣਾ ਹੈ। ਲੋਕਾਂ ਨਾਲ ਠੱਗੀ ਮਾਰਨੀ ਬੰਦ ਕਰ ਦਿਓ ਅਤੇ ਸੱਚੀ ਸੁੱਚੀ ਕਿਰਤ ਕਰੋ। ਉਸ ਅਕਾਲ ਪੁਰਖ ਦੀ ਕਿਰਤੀ ਕਰੋ ਤੇ ਇਸ ਤਰ੍ਹਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕਿਸੇ ਲੋੜਵੰਦ ਦੀ ਸਹਾਇਤਾ ਕਰੋ, ਤਾਂ ਹੀ ਤੁਹਾਡਾ ਮਰਨਾ ਸਹਿਲਾ ਹੋਵੇਗਾ ਅਤੇ ਤੁਹਾਨੂੰ ਫਿਰ ਕਿਸੇ ਚੀਜ਼ ਦੀ ਤ੍ਰਿਸ਼ਨਾ ਭੁੱਖ ਨਹੀਂ ਰਹੇਗੀ। ਬ੍ਰਾਹਮਣਾਂ ਦਾ ਪਾਜ ਖੁੱਲ੍ਹ ਗਿਆ ਅਤੇ ਸ਼ਰਮਸਾਰ ਵੀ ਹੋ ਗਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਵਚਨ ਦਿੱਤਾ ਕਿ ਉਹ ਅੱਗੇ ਤੋਂ ਇਸ ਝੂਠ ਫਰੇਬ ਦੀ ਜ਼ਿੰਦਗੀ ਤੋਂ ਤੌਬਾ ਕਰਨਗੇ। ਬੋਧ ਗਯਾ ਦੀ ਫੇਰੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਥਾਂ ਥਾਂ 'ਤੇ ਉਪਦੇਸ਼ ਕਰਦੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ ਅਤੇ ਗੰਗਾ ਨਦੀ, ਜੋ ਪਟਨਾ ਸ਼ਹਿਰ ਦੇ ਕੋਲੋਂ ਦੀ ਵਗਦੀ ਹੈ, ਦੇ ਕਿਨਾਰੇ 'ਤੇ ਜਾ ਡੇਰਾ ਲਾਇਆ। ਉਹਨਾਂ ਦਿਨਾਂ ਵਿੱਚ ਪਟਨਾ ਸ਼ਹਿਰ ਵਿਖੇ ਬੜਾ ਵੱਡਾ ਮੇਲਾ ਲੱਗਾ ਹੋਇਆ ਸੀ ਅਤੇ ਹਜ਼ਾਰਾਂ ਲੋਕ ਗੰਗਾ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ। ਗੁਰੂ ਜੀ ਵੀ ਆਪਣੇ ਨਦੀ ਕਿਨਾਰੇ ਡੇਰੇ ਵਿੱਚ ਬੈਠੇ ਕੀਰਤਨ ਕਰ ਰਹੇ ਸਨ। ਮੇਲੇ ਦੀ ਭੀੜ ਵਿੱਚੋਂ ਕਾਫੀ ਲੋਕ ਗੁਰੂ ਜੀ ਦੇ ਕੀਰਤਨ ਨਾਲ ਨਿਹਾਲ ਹੋ ਰਹੇ ਸਨ। ਇੱਕ ਦਿਨ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਚਾਹੁੰਦਾ ਹਾਂ ਕਿ ਕੁਝ ਰੁਪਏ ਪੈਸੇ ਮੇਰੇ ਕੋਲ ਹੋਣ ਤਾਂ ਮੈਂ ਸ਼ਹਿਰ ਵਿੱਚੋਂ ਕੁਝ ਚੀਜ਼ਾਂ ਖਾਣ ਪਹਿਨਣ ਵਾਸਤੇ ਖਰੀਦ ਲਿਆਵਾਂ। ਗੁਰੂ ਜੀ ਨੇ ਇੱਕ ਹੀਰਾ ਕੱਢ ਕੇ ਦਿੱਤਾ ਤੇ ਆਖਿਆ ਕਿ ਇਸ ਦਾ ਮੁੱਲ ਵੱਟ ਕੇ ਜੋ ਰਕਮ ਪ੍ਰਾਪਤ ਹੋਵੇ ਉਸ ਨਾਲ ਜੋ ਦਿਲ ਚਾਹੇ ਖਰੀਦ ਲੈਣਾ। ਭਾਈ ਮਰਦਾਨਾ ਹੀਰਾ ਲੈ ਕੇ ਬਾਜ਼ਾਰ ਚਲਾ ਗਿਆ ਅਤੇ ਵੱਖ-ਵੱਖ ਦੁਕਾਨਦਾਰਾਂ ਨੂੰ ਉਸ ਹੀਰੇ ਬਦਲੇ ਕੁਝ ਚੀਜ਼ਾਂ ਖਰੀਦਣ ਦੀ ਗੱਲ ਕਰਦਾ ਰਿਹਾ, ਪਰ ਸਭ ਨੇ ਇਹੀ ਜਵਾਬ ਦਿੱਤਾ ਕਿ ਇਹ ਰੰਗਦਾਰ ਪੱਥਰ ਉਹਨਾਂ ਦੇ ਕਿਸੇ ਕੰਮ ਨਹੀਂ। ਅਜਿਹੇ ਜਵਾਬ ਸੁਣ ਕੇ ਭਾਈ ਮਰਦਾਨਾ ਬਹੁਤ ਨਿਰਾਸ਼ ਹੋਇਆ। ਆਖਰ ਉਸ ਨੂੰ ਕਿਸੇ ਭਲੇ ਪੁਰਸ਼ ਨੇ ਸ਼ਹਿਰ ਦੇ ਮੰਨੇ ਪ੍ਰਮੰਨੇ ਜੌਹਰੀ ਸਾਲਿਸ ਰਾਏ ਦੀ ਦੱਸ ਪਾਈ ਕਿ ਉਹ ਹੀਰਿਆਂ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ ਤੇ ਤੁਹਾਡੇ ਹੀਰੇ ਦਾ ਵੀ ਉਹ ਵਾਜਬ ਮੁੱਲ ਪਾ ਦੇਵੇਗਾ। ਇਹ ਸੁਣ ਕੇ ਭਾਈ ਮਰਦਾਨਾ ਸਾਲਿਸ ਰਾਏ ਜੌਹਰੀ ਨੂੰ ਜਾ ਮਿਲਿਆ ਅਤੇ ਉਸ ਨੂੰ ਹੀਰਾ ਖਰੀਦਣ ਲਈ ਬੇਨਤੀ ਕੀਤੀ, ਪਰੰਤੂ ਹੀਰਾ ਇੰਨਾ ਅਨਮੋਲ ਸੀ ਕਿ ਸਾਲਿਸ ਰਾਏ ਨੇ ਜਦ ਉਸ ਨੂੰ ਚੰਗੀ ਤਰ੍ਹਾਂ ਵੇਖਿਆ ਪਰਖਿਆ ਤਾਂ ਉਸਨੇ ਆਖਿਆ, ਇਹ ਹੀਰਾ ਬਹੁਤ ਕੀਮਤੀ ਹੈ ਅਤੇ ਇਸ ਨੂੰ ਵੇਖਣ ਦੇ ਹੀ ਮੈਂ 100 ਰੁਪਏ ਹਾਜ਼ਰ ਕਰਦਾ ਹਾਂ। 100 ਰੁਪਇਆ ਲੈ ਕੇ ਭਾਈ ਮਰਦਾਨਾ ਖੁਸ਼ੀ-ਖੁਸ਼ੀ ਗੁਰੂ ਜੀ ਪਾਸ ਗਿਆ ਅਤੇ ਸਾਰੀ ਗੱਲ ਦੱਸੀ। ਗੁਰੂ ਜੀ ਨੇ ਆਖਿਆ ਕਿ ਇਹ 100 ਰੁਪਇਆ ਸਾਲਿਸ ਰਾਏ ਨੂੰ ਵਾਪਸ ਕਰ ਦਿਓ ਅਤੇ ਉਸ ਨੂੰ ਦੱਸ ਦੇਣਾ ਕਿ ਅਸੀਂ ਇਸ ਤਰ੍ਹਾਂ ਭਿੱਖਿਆ ਸਵੀਕਾਰ ਨਹੀਂ ਕਰਦੇ। ਭਾਈ ਮਰਦਾਨੇ ਨੇ ਵਾਪਸ ਜਾ ਕੇ 100 ਰੁਪਇਆ ਸਾਲਿਸ ਰਾਏ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਗੁਰੂ ਜੀ ਅਜਿਹੀ ਭਿੱਖਿਆ ਕਬੂਲ ਨਹੀਂ ਕਰਦੇ। ਇਹ ਗੱਲ ਸੁਣ ਕੇ ਸਾਲਿਸ ਰਾਏ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਅਤੇ ਉਹਨਾਂ ਦੇ ਇਲਾਹੀ ਨੂਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਭੂਮੀਏ ਚੋਰ ਨੂੰ ਉਪਦੇਸ਼। ਢਾਕੇ ਦੇ ਵਸਨੀਕ ਇੱਕ ਪਿੰਡ ਵਿੱਚ ਭੂਮੀਆ ਨਾਂ ਦਾ ਇੱਕ ਜ਼ਿਮੀਂਦਾਰ ਰਹਿੰਦਾ ਸੀ। ਉਸ ਦਾ ਕੰਮ ਦਿਨੇ ਰਾਹੀਆਂ ਨੂੰ ਲੁੱਟਣਾ ਅਤੇ ਰਾਤ ਨੂੰ ਚੋਰੀਆਂ ਕਰਨਾ ਸੀ। ਉਹ ਆਪਣੇ ਘਰ ਵਿੱਚ ਲੰਗਰ ਲਾ ਛੱਡਦਾ ਸੀ ਅਤੇ ਲੋਕਾਂ ਨੂੰ ਕਹਿੰਦਾ ਸੀ ਕਿ ਰਾਤ ਰਹਿਣ ਵਾਲੇ ਰਾਹੀ ਮੇਰੇ ਘਰ ਭੇਜੋ। ਪਿੰਡ ਦੇ ਲੋਕ ਉਸ ਦਾ ਹੁਕਮ ਮੰਨਦੇ ਸਨ।
ਇੱਕ ਦਿਨ ਭਾਈ ਮਰਦਾਨਾ ਨੂੰ ਨਾਲ ਲੈ ਕੇ ਗੁਰੂ ਜੀ ਉਸ ਪਿੰਡ ਵਿੱਚ ਚਲੇ ਗਏ ਤਾਂ ਲੋਕਾਂ ਨੇ ਉਹਨਾਂ ਨੂੰ ਰਾਤ ਕੱਟਣ ਲਈ ਭੂਮੀਏ ਦੇ ਘਰ ਭੇਜ ਦਿੱਤਾ। ਭੂਮੀਆ ਉਹਨਾਂ ਵਾਸਤੇ ਰੋਟੀ ਤਿਆਰ ਕਰਕੇ ਲੈ ਆਇਆ। ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ, ਤੂੰ ਕੰਮ ਕੀ ਕਰਦਾ ਹੈ? ਭੂਮੀਏ ਦਾ ਮੰਨਣਾ ਸੀ ਕਿ ਚੋਰੀ ਅਤੇ ਲੁੱਟ ਖੋਹ ਦੀ ਕਮਾਈ ਨਾਲ ਜੇ ਹੋਰਨਾਂ ਦੀ ਸੇਵਾ ਕੀਤੀ ਜਾਵੇ ਤਾਂ ਇਹ ਕਮਾਈ ਸ਼ੁੱਧ ਹੋ ਜਾਂਦੀ ਹੈ। ਉਸਨੇ ਗੁਰੂ ਜੀ ਨੂੰ ਆਪਣੇ ਕੁਕਰਮਾਂ ਦੀ ਕਹਾਣੀ ਸੱਚ-ਸੱਚ ਦੱਸ ਦਿੱਤੀ। ਗੁਰੂ ਜੀ ਨੇ ਰੋਟੀ ਪਾਣੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਆਖਿਆ ਕਿ ਜਿੰਨਾ ਚਿਰ ਇਹ ਮਾੜੇ ਕੰਮ ਛੱਡਣ ਦਾ ਸਾਡੇ ਨਾਲ ਇਕਰਾਰ ਨਹੀਂ ਕਰਦਾ, ਓਨਾ ਚਿਰ ਤੇਰੀ ਸੇਵਾ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਉਸ ਨੇ ਅੱਗੋਂ ਬੇਬਾਕ ਉੱਤਰ ਦਿੱਤਾ, ਇਹ ਤਾਂ ਸਾਡਾ ਜੱਦੀ ਪੁਸ਼ਤੀ ਕੰਮ ਹੈ, ਇਹ ਨਹੀਂ ਮੈਂ ਛੱਡ ਸਕਦਾ। ਗੁਰੂ ਜੀ ਨੇ ਕਿਹਾ, ਚੋਰੀ ਕਰਨਾ ਭਾਵੇਂ ਨਾ ਛੱਡ, ਪਰ ਮੇਰੀਆਂ 3 ਗੱਲਾਂ ਪੱਲੇ ਬੰਨ੍ਹਣ ਦਾ ਇਕਰਾਰ ਜ਼ਰੂਰ ਕਰ। ਗਰੀਬ ਮਾਰ ਨਹੀਂ ਕਰਨੀ, ਸਦਾ ਸੱਚ ਬੋਲਣਾ ਅਤੇ ਜਿਸ ਦਾ ਲੂਣ ਖਾਵੇਂ ਉਸ ਦਾ ਬੁਰਾ ਨਹੀਂ ਕਰਨਾ। ਜੇ ਤੂੰ ਇਹ ਗੱਲਾਂ ਮੰਨਣ ਦਾ ਇਕਰਾਰ ਕਰੇ ਤਾਂ ਅਸੀਂ ਤੇਰਾ ਰੋਟੀ ਪਾਣੀ ਛਕ ਲੈਂਦੇ ਹਾਂ। ਭੂਮੀਏ ਨੇ ਗੁਰੂ ਜੀ ਦੇ ਸੁਝਾਅ ਪ੍ਰਵਾਨ ਕਰ ਲਏ ਅਤੇ ਗੁਰੂ ਜੀ ਤੇ ਭਾਈ ਮਰਦਾਨਾ ਨੇ ਅੰਨ ਪਾਣੀ ਛਕ ਲਿਆ। ਇੱਕ ਦਿਨ ਭੂਮੀਆ ਬਹੁਤ ਸੋਹਣੇ ਕੱਪੜੇ ਪਾ ਕੇ ਤੇ ਘੋੜੇ 'ਤੇ ਸਵਾਰ ਹੋ ਕੇ ਕਿਸੇ ਰਾਜੇ ਦੇ ਮਹਿਲ ਅੰਦਰ ਜਾਣ ਲੱਗਾ। ਚੌਕੀਦਾਰ ਨੇ ਪੁੱਛਿਆ, ਤੁਸੀਂ ਕੌਣ ਹੋ? ਭੂਮੀਏ ਨੇ ਉੱਤਰ ਦਿੱਤਾ, ਚੋਰ। ਚੌਕੀਦਾਰ ਨੇ ਸਮਝਿਆ ਕਿ ਉਸ ਨੇ ਕੋਈ ਮਖੌਲ ਕੀਤਾ ਹੈ, ਇਸ ਕਰਕੇ ਉਸ ਨੂੰ ਅੰਦਰ ਜਾਣੋਂ ਨਾ ਰੋਕਿਆ। ਮਹਿਲ ਦੇ ਅੰਦਰ ਜਾ ਕੇ ਭੂਮੀਏ ਨੇ ਕੀਮਤੀ ਚੀਜ਼ਾਂ ਦੀ ਪੰਡ ਬੰਨ੍ਹ ਲਈ ਅਤੇ ਬਾਹਰ ਜਾਣ ਤੋਂ ਪਹਿਲਾਂ ਉਸ ਨੇ ਇੱਕ ਸੋਨੇ ਦੀ ਪਲੇਟ ਵਿੱਚ ਕੋਈ ਖਾਣ ਵਾਲੀ ਚੀਜ਼ ਵੇਖੀ। ਉਸ ਦਾ ਸਵਾਦ ਚੱਖਿਆ ਅਤੇ ਪਤਾ ਲੱਗਿਆ ਕਿ ਇਸ ਵਿੱਚ ਲੂਣ ਹੈ। ਸਾਰੀਆਂ ਹੀ ਕੀਮਤੀ ਚੀਜ਼ਾਂ ਉੱਥੇ ਛੱਡ ਉਹ ਮਹਿਲ ਤੋਂ ਬਾਹਰ ਆ ਗਿਆ ਤੇ ਆਪਣੇ ਘਰ ਵਾਪਸ ਚਲਾ ਗਿਆ। ਦਿਨ ਚੜ੍ਹਿਆ ਤਾਂ ਰਾਜੇ ਨੂੰ ਪਤਾ ਲੱਗਾ ਕਿ ਮਹਿਲ ਦੇ ਅੰਦਰ ਕੋਈ ਚੋਰ ਆਇਆ ਸੀ। ਉਸ ਨੇ ਚੋਰ ਲੱਭਣ ਲਈ ਲੋਕਾਂ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ। ਭੂਮੀਏ ਨੂੰ ਲੋਕਾਂ 'ਤੇ ਜ਼ੁਲਮ ਹੁੰਦਾ ਵੇਖ ਕੇ ਤਰਸ ਆਇਆ ਤਾਂ ਉਸ ਨੇ ਰਾਜੇ ਨੂੰ ਰਾਤ ਦੀ ਚੋਰੀ ਵਾਲੀ ਸਾਰੀ ਗੱਲ ਜਿਉਂ ਦੀ ਤਿਉਂ ਦੱਸ ਦਿੱਤੀ। ਰਾਜਾ ਅੰਦਰ ਹੀ ਅੰਦਰ ਇਸ ਖਰੇ ਸੱਚ ਬੋਲਣ ਉੱਤੇ ਬਹੁਤ ਖੁਸ਼ ਹੋਇਆ ਅਤੇ ਉਸ ਨੇ ਆਖਿਆ ਕਿ ਮੈਂ ਤੇਰੇ ਵਰਗੇ ਸੱਚੇ ਸੁੱਚੇ ਆਦਮੀ ਨੂੰ ਆਪਣਾ ਵਜ਼ੀਰ ਬਣਾਉਣ ਲਈ ਤਿਆਰ ਹਾਂ। ਇਹ ਹੈ ਮਹਾਂਪੁਰਖਾਂ ਦੀ ਸਿੱਖਿਆ ਉੱਤੇ ਸੱਚੇ ਦਿਲੋਂ ਚੱਲਣ ਦਾ ਫਲ ਜੋ ਭੂਮੀਏ ਨੂੰ ਪ੍ਰਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।